Hello everyone, welcome my channel Learn with Sunana. Today will be discussions uh, class MA 4th semester subject Punjab in the 20th century first paper compulsory. Short note most important यूनियस्ट पार्टी 1937 1937 ਕਹਿੰਦੇ ਕਿ यूनियस्ट पार्टी ने 1937 ਦੀਆਂ ਚੋਣਾਂ ਸਮੇਂ ਜੋ ਘੋਸ਼ਣਾ ਪੱਤਰ ਜਾਰੀ ਕੀਤਾ ਸੀ ਉਸ ਵਿੱਚ ਕੀ ਕੀਤਾ ਆਪਣੀਆਂ ਨੀਤੀਆਂ ਦੀ ਘੋਸ਼ਣਾ ਕੀਤੀ ਉਸ ਵਿੱਚ ਕੀ ਆਖਿਆ ਕਿ ਉਹਨਾਂ ਦਾ ਟੀਚਾ ਕੀ ਹੈ ਡੋਮੀਨੀਅਨ ਸਟੇਟਸ ਦੀ ਪ੍ਰਾਪਤੀ ਹੈ ਉਸਨੇ ਦਲਿਤ ਲੋਕਾਂ ਦੇ ਸੁਧਾਰ ਦਾ ਵਚਨ ਦਿੱਤਾ ਇਸ ਤੋਂ ਬਿਨਾਂ ਪਾਰਟੀ ਨੇ ਕਰ ਦੇਣ ਵਾਲੇ ਲੋਕਾਂ ਦਾ ਕਰ ਘਟਾਉਣ ਪਿੰਡਾਂ ਵਿੱਚ ਘਰੇਲੂ ਉਦਯੋਗ ਨੂੰ ਉਤਸ਼ਾਹ ਦੇਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਛੁਟਕਾਰਾ ਦਿਵਾਉਣ ਬੇਰੁਜ਼ਗਾਰੀ ਅਤੇ ਅਨਪੜ੍ਹਤਾ ਨੂੰ ਦੂਰ ਕਰਨ ਸਿੱਖਿਆ ਵਿੱਚ ਸੁਧਾਰ ਕਰਨ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਪੈਦਾ ਕਰਨ ਦਾ ਵਚਨ ਦਿੱਤਾ ਕਿਸਨੇ ਯੂਨੀਅਸਟ ਪਾਰਟੀ ਨੇ ਜਦੋਂ ਉਸਨੇ ਚੋਣਾਂ ਦੇ ਵਿੱਚ ਪਾਰਟਿਸਿਪੇਸ਼ਨ ਕੀਤਾ ਇਸ ਲਈ ਯੂਨੀਅਸਟ ਪਾਰਟੀ ਦੀ ਸਰਕਾਰ ਨੇ ਆਪਣਾ ਘੋਸ਼ਣਾ ਪੱਤਰ ਦੇ ਅਨੁਸਾਰ ਆਪਣੇ ਵਚਨ ਪੂਰੇ ਕਰਨ ਲਈ ਕਾਨੂੰਨ ਬਣਾਏ ਉਸਨੇ ਕੀ ਕੀਤਾ ਬਹੁਤ ਸਾਰੇ ਸੁਧਾਰ ਕੀਤੇ ਆਪਣੀਆਂ ਨੀਤੀਆਂ ਲਾਗੂ ਕਰਨ ਲਈ ਪਾਰਟੀ ਨੇ ਗਰੀਬ ਕਿਸਾਨਾਂ ਨੂੰ ਸ਼ਾਹੂਕਾਰ ਦੇ ਚੁੰਗਲ ਦੇ ਵਿੱਚੋਂ ਛੁਡਾਉਣ ਲਈ ਕਈ ਕਾਨੂੰਨ ਪਾਸ ਕੀਤੇ ਜਿਨ੍ਹਾਂ ਦੇ ਲਾਭ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਕੀ ਕਿਹਾ ਗਿਆ ਸੁਨਹਿਰੀ ਕਾਨੂੰਨ ਆਖਿਆ ਜਾਂਦਾ ਹੈ ਕਹਿੰਦੇ ਕਿਸਨੇ ਪਾਸ ਕੀਤੇ ਸੀ ਯੂਨੀਅਸਟ ਪਾਰਟੀ ਨੇ ਜਦੋਂ ਕਹਿੰਦੇ ਕਿ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਯੂਨੀਅਸਟ ਪਾਰਟੀ ਨੇ ਗਰੀਬ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੰਗਲ ਵਿੱਚ ਛੁਡਾਉਣ ਲਈ ਕਈ ਕਾਨੂੰਨ ਪਾਸ ਕੀਤੇ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੁਨਹਿਰੀ ਕਾਨੂੰਨ ਸਭ ਤੋਂ ਪਹਿਲੇ ਯੂਨੀਅਸ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਗਹਿਣੇ ਪਈਆਂ ਜ਼ਮੀਨਾਂ ਦੀ ਬਹਾਲੀ ਲਈ 23 ਜੂਨ 1938 ਨੂੰ ਕੀ ਕੀਤਾ 23 ਜੂਨ 1938 ਜਾਨੀ ਕਿ 23 ਜੂਨ 1938 ਨੂੰ ਇੱਕ ਐਕਟ ਪਾਸ ਕੀਤਾ ਜਿਸ ਨੂੰ ਦਾ ਪੰਜਾਬ ਰੀਸਿਚੁਏਸ਼ਨਸ ਆਫ ਮੋਰ ਟੈਕ ਲੈਂਡ ਐਕਟ ਆਖਿਆ ਜਾਂਦਾ ਸੀ ਇਹ ਐਕਟ ਕਿਸਨੇ ਪਾਸ ਕੀਤਾ ਸੀ ਯੂਨੀਅਸ ਪਾਰਟੀ ਨੇ ਕਦੋਂ 23 ਜੂਨ 1938 ਕਿਹੜਾ ਐਕਟ ਦਾ ਪੰਜਾਬ ਰੀਸਿਚੁਏਸ਼ਨਸ ਆਫ ਮੋਰ ਟੈਕ ਲੈਂਡ ਐਕਟ ਇਸ ਐਕਟ ਦੇ ਅਨੁਸਾਰ ਕੀ ਸੀ ਕਿ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਸਨ 1901 ਦੇ ਪੰਜਾਬ ਐਲੀ ਐਕਸ਼ਨ ਆਫ ਲੈਂਡ ਐਕਟ ਦੇ ਪਾਸ ਹੋਣ ਤੋਂ ਪਹਿਲੇ ਪਈਆਂ ਸਨ ਉਹ ਕਿਸਾਨਾਂ ਨੂੰ ਵਾਪਸ ਕਰ ਦਿੱਤੀਆਂ ਗਿਆ ਇਸ ਐਕਟ ਨੇ ਕਿਸਾਨਾਂ ਦੇ ਆਰਥਿਕ ਜੀਵਨ ਤੇ ਬਹੁਤ ਪ੍ਰਭਾਵ ਪਾਇਆ ਕਿਸ ਐਕਟ ਨੇ ਦਾ ਪੰਜਾਬ ਰੀਸਿਚੁਏਸ਼ਨਸ ਆਫ ਮੋਰ ਟੈਕ ਲੈਂਡ ਐਕਟ ਇਸ ਦੇ ਨਾਲ ਕੀ ਹੋਇਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਾਪਸ ਦਿੱਤੀਆਂ ਗਈਆਂ ਕਿਸ ਦੀ ਬਦੌਲਤ ਯੂਨੀਅਸਟ ਪਾਰਟੀ 1937 ਨੈਕਸਟ ਕੁਐਸਚਨ ਨੈਕਸਟ ਸ਼ੋਰਟ ਨੋਟ ਕੀ ਹੈ ਰੋਲਟ ਐਕਟ ਇਸ ਤੋਂ ਪਹਿਲੇ ਅਸੀਂ ਕੀਤਾ ਸੀ ਯੂਨੀਅਸਟ ਪਾਰਟੀ ਨੈਕਸਟ ਹੈ ਰੋਲਟ ਐਕਟ ਰੋਲਟ ਐਕਟ ਕੀ ਕਹਿੰਦੇ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਕਾਰਨ ਅੰਗਰੇਜ਼ੀ ਸਰਕਾਰ ਅੱਗੇ ਕਈ ਸਮੱਸਿਆਵਾਂ ਸਨ ਹੁਣ ਨੈਕਸਟ ਕੀ ਕਰ ਰਹੇ ਹਾਂ ਰੋਲਟ ਐਕਟ ਇਸ ਸਮੇਂ ਭਾਰਤ ਵਿੱਚ ਰਾਸ਼ਟਰੀ ਅੰਦੋਲਨ ਉਹਨਾਂ ਲਈ ਹਾਨੀਕਾਰਕ ਸਿੱਧ ਹੋ ਸਕਦਾ ਸੀ ਇਸ ਤੋਂ ਬਿਨਾ ਰੋਲਟ ਐਕਟ ਪਾਸ ਕਰਨ ਦਾ ਇਹ ਵੀ ਕਾਰਨ ਸੀ ਕਿ ਅੰਗਰੇਜ਼ਾਂ ਨੂੰ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਜਿਹੜਾ ਰੂਸ ਹੈ ਨਾ ਅਫਗਾਨਿਸਤਾਨ ਦੁਆਰਾ ਭਾਰਤ ਉੱਤੇ ਹਮਲਾ ਨਾ ਕਰ ਦੇਵੇ ਮੀਨਸ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਤਾਂ ਅੰਗਰੇਜ਼ੀ ਸਰਕਾਰ ਦੇ ਸਾਹਮਣੇ ਕਿਉਂਕਿ ਜਿਹੜੇ ਆਪਣੇ ਰਾਸ਼ਟਰੀ ਅੰਦੋਲਨ ਸ਼ੁਰੂ ਹੋ ਗਏ ਸਨ ਭਾਰਤ ਵਿੱਚ ਅੰਗਰੇਜ਼ਾਂ ਨੂੰ ਨਿਕਾਲਣ ਲਈ ਤਾਂ ਉਹਨਾਂ ਨੂੰ ਇਹ ਖਤਰਾ ਪੈਦਾ ਹੋ ਗਿਆ ਜਦੋਂ ਫਰਸਟ ਵਰਲਡ ਵਾਰ ਸਟਾਰਟ ਹੋਈ ਕਿ ਇਹ ਕਿਤੇ ਵੀ ਰੂਸ ਅਫਗਾਨਿਸਤਾਨ ਦੁਆਰਾ ਭਾਰਤ ਤੇ ਹਮਲਾ ਨਾ ਕਰਦੇ ਇਸ ਲਈ ਸਰਕਾਰੀ ਰਾਸ਼ਟਰੀ ਅੰਦੋਲਨਾਂ ਨੂੰ ਉਭਰਨ ਨਹੀਂ ਦੇਣਾ ਚਾਹੁੰਦਾ ਸੀ ਕੌਣ ਅੰਗਰੇਜ਼ ਸਰਕਾਰ ਇਸ ਲਈ ਅੰਗਰੇਜ਼ੀ ਸਰਕਾਰ ਨੇ ਪਹਿਲੀ ਲੜਾਈ ਸਮੇਂ ਡਿਫੈਂਸ ਆਫ ਇੰਡੀਆ ਨਾਲ ਵਿਰੋਧੀਆਂ ਨੂੰ ਦਬਾਉਣ ਲਈ ਸ਼ਕਤੀ ਪ੍ਰਾਪਤ ਕਰ ਰੱਖੀ ਸੀ ਕਿਵੇਂ ਪਹਿਲੀ ਲੜਾਈ ਸਮੇਂ ਡਿਫੈਂਸ ਆਫ ਇੰਡੀਆ ਐਕਟ ਨਾਲ ਵਿਰੋਧੀਆਂ ਨੂੰ ਦਬਾਉਣ ਦੇ ਲਈ ਕੀ ਕੀਤਾ ਹੋਇਆ ਸੀ ਸ਼ਕਤੀ ਪ੍ਰਾਪਤ ਕਰ ਰੱਖੀ ਸੀ ਇਸ ਐਕਟ ਨੇ ਕਿਉਂਕਿ 31 ਮਾਰਚ 1919 ਨੂੰ ਖਤਮ ਹੋ ਜਾਣਾ ਸੀ ਇਸ ਲਈ ਅੰਗਰੇਜ਼ੀ ਸਰਕਾਰ ਇਸ ਤੋਂ ਪਹਿਲਾਂ ਹੀ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੁੰਦੀ ਸੀ ਜਿਸ ਨਾਲ ਕੀ ਸੀ ਕਿ ਉਹਨਾਂ ਪਾਸ ਜੋ ਵੀ ਵਿਸ਼ੇਸ਼ ਸ਼ਕਤੀਆਂ ਦਾ ਪ੍ਰਯੋਗ ਰਹਿ ਸਕੇ ਆਪਣੀ ਮਰਜ਼ੀ ਨਾਲ ਉਹ ਕੁਝ ਵੀ ਕਰ ਸਕਣ ਕਿਸੇ ਵੀ ਕ੍ਰਾਂਤੀ ਨੂੰ ਦਬਾ ਸਕਣ ਕੌਣ ਇੰਗਲਿਸ਼ ਪਰਸਨ ਜੋ ਭਾਰਤ ਵਿੱਚ ਆਏ ਹੋਏ ਸਨ ਆਪਣੀ ਪਾਵਰ ਦਾ ਇਸਤੇਮਾਲ ਕਰਨ ਲਈ ਫਿਰ ਉਹਨਾਂ ਨੇ ਕੀ ਕੀਤਾ ਕਿ 18 ਮਾਰਚ 1919 ਨੂੰ ਇੱਕ ਰੋਲਟ ਐਕਟ ਪਾਸ ਕਰ ਦਿੱਤਾ ਜਿਸ ਅਨੁਸਾਰ ਇਸ ਐਕਟ ਦੁਆਰਾ ਕ੍ਰਾਂਤੀਕਾਰੀ ਦੋਸ਼ ਲਈ ਸਰਕਾਰ ਨੂੰ ਅਪਾਰ ਸ਼ਕਤੀਆਂ ਮਿਲ ਗਈਆਂ ਰੋਲਟ ਐਕਟ ਜੋ ਕਿ 18 ਮਾਰਚ 1919 ਨੂੰ ਕੀਤਾ ਹੋਇਆ ਸੀ ਉਸ ਉਹਨਾਂ ਦੇ ਅਨੁਸਾਰ ਕੀ ਹੋਇਆ ਕਿ ਕਿਸੇ ਵੀ ਵਿਅਕਤੀ ਨੂੰ ਜਿਸ ਉੱਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੈ
ਤਾਂ ਉਹਨਾਂ ਨੂੰ ਬਿਨਾਂ ਦੱਸੇ ਕੀ ਕੀਤਾ ਜਾਏਗਾ, ਉਹਨਾਂ ਤੇ ਮੁਕੱਦਮਾ ਚਲਾ ਲਿਆ ਜਾਏਗਾ, ਉਹਨਾਂ ਨੂੰ ਵਾਰੰਟ ਦਿੱਤੇ ਜਾਣਗੇ, ਉਹਨਾਂ ਨੂੰ ਕੈਦ ਕਰਨ ਦੀ ਸ਼ਕਤੀ ਮਿਲੀ ਜਾਏਗੀ ਤੇ ਬੰਦੀ ਵੀ ਬਣਾਇਆ ਜਾਏਗਾ ਤੇ ਕਚਹਿਰੀ ਵਿੱਚ ਅਪੀਲ ਕਰਨ ਦੀ ਆਗਿਆ ਨਹੀਂ ਸੀ। ਕਿਸ ਐਕਟ ਅਕੋਰਡਿੰਗ? ਰੋਲਟ ਐਕਟ, ਜੋ ਕਿ 18 ਮਾਰਚ 1919 ਨੂੰ ਉਹਨਾਂ ਨੇ ਲਾਗੂ ਕਰ ਦਿੱਤਾ ਸੀ, ਜਿਸ ਵਿੱਚ ਨਾ ਵਕੀਲ ਤੇ ਨਾ ਦਲੀਲ ਬਲਕਿ ਸ਼ੱਕ ਦੇ ਆਧਾਰ ਤੇ ਹੀ ਉਹ ਭਾਰਤੀਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣ ਲੱਗੇ ਤੇ ਉਹਨਾਂ ਦੀ ਅਪੀਲ ਲਈ ਉਹ ਵਕੀਲ ਵੀ ਨਹੀਂ ਕਰ ਸਕਦੇ ਸਨ। ਇਸ ਨੂੰ ਕੀ ਕਿਹਾ ਗਿਆ ਸੀ? ਰੋਲਟ ਐਕਟ। ਇਸ ਤਰ੍ਹਾਂ ਲੋਕਾਂ ਦੇ ਦੁਕਾਨਦਾਰਾਂ ਤੇ ਸ਼ਾਂਤੀ ਕਾਲ ਵਿੱਚ ਵੀ ਰੁਕਾਵਟਾਂ ਲਗਾਈਆਂ ਗਈਆਂ। ਸਾਰੇ ਭਾਰਤ ਵਿੱਚ ਰੋਲਟ ਐਕਟ ਦਾ ਡਟ ਕੇ ਵਿਰੋਧ ਕੀਤਾ ਗਿਆ ਤੇ ਭਾਰਤੀਆਂ ਨੇ ਇਸ ਨੂੰ ਕਾਲੇ ਬਿੱਲ ਦਾ ਨਾਮ ਦਿੱਤਾ। ਇਹ ਕਿਸੇ ਰੋਲਟ ਸੱਤਿਆਗ੍ਰਹਿ। ਇਹ ਵੀ ਸ਼ੋਰਟ ਨੋਟ ਹੈ। ਉਸ ਤੋਂ ਪਹਿਲੇ ਅਸੀਂ ਕੀ ਕੀਤਾ? ਯੂਨੀਅਸਟ ਪਾਰਟੀ 1937। ਨੈਕਸਟ ਕੀ ਹੈ? ਬੱਬਰ ਅਕਾਲੀ। ਜਿਸ ਸਮੇਂ ਅਕਾਲੀਆਂ ਨੇ ਗੁਰਦੁਆਰਿਆਂ ਨੂੰ ਦੁਰਾਚਾਰੀ ਮੰਨਤਾ ਤੋਂ ਛੁਡਾਉਣ ਲਈ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ, ਤਾਂ ਉਸ ਸਮੇਂ ਕੁਝ ਅਕਾਲੀ ਕੀ ਕਰ ਰਹੇ ਸਨ? ਅੰਦੋਲਨ ਲਈ ਸੰਤੁਸ਼ਟ ਨਹੀਂ ਸਨ। ਇਸ ਲਈ ਉਹਨਾਂ ਨੇ ਪੰਥ ਦੇ ਵੈਰੀਆਂ ਵਿਰੁੱਧ ਸ਼ਾਂਤਮਈ ਅੰਦੋਲਨ ਦੀ ਥਾਂ ਹਿੰਸਕ ਅੰਦੋਲਨ ਸ਼ੁਰੂ ਕਰ ਦਿੱਤਾ। ਉਸ ਅੰਦੋਲਨ ਨੂੰ ਹੀ ਬੱਬਰ ਅਕਾਲੀ ਅੰਦੋਲਨ ਕਿਹਾ ਜਾਂਦਾ ਹੈ। ਮੀਨਸ ਜਿਸ ਸਮੇਂ ਅਕਾਲੀਆਂ ਨੇ ਗੁਰਦੁਆਰਿਆਂ ਨੂੰ ਦੁਰਾਚਾਰੀ ਮੰਨਤਾ ਤੋਂ ਛੁਡਾਉਣਾ ਸੀ ਤੇ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਕੀਤਾ, ਤਾਂ ਉਸ ਸਮੇਂ ਕੀ ਹੋਇਆ ਕਿ ਅਕਾਲੀ ਚੱਲ ਰਹੇ ਅੰਦੋਲਨਾਂ ਲਈ ਸੰਤੁਸ਼ਟ ਨਹੀਂ ਸਨ। ਇਸ ਲਈ ਉਹਨਾਂ ਨੇ ਪੰਥ ਦੇ ਵੈਰੀਆਂ ਵਿਰੁੱਧ ਸ਼ਾਂਤਮਈ ਅੰਦੋਲਨ ਦੀ ਥਾਂ ਹਿੰਸਕ ਅੰਦੋਲਨ ਸ਼ੁਰੂ ਕੀਤਾ। ਇਸ ਅੰਦੋਲਨ ਨੂੰ ਕੀ ਕਹਿੰਦਾ? ਬੱਬਰ ਅਕਾਲੀ ਅੰਦੋਲਨ। ਬੱਬਰ ਅਕਾਲੀ ਅੰਦੋਲਨ ਦੇ ਸੰਸਥਾਪਕ ਜਥੇਦਾਰ ਕਿਸ਼ਨ ਸਿੰਘ ਗੜਰਾਜ ਸਨ, ਜੋ ਜਲੰਧਰ ਦੇ ਪਿੰਡ ਬੰਡਿੰਗ ਦੇ ਵਸਨੀਕ ਸਨ। 1914-15 ਵਿੱਚ ਦੇਸ਼ ਵਿੱਚ ਰਾਸ਼ਟਰੀ ਜਾਗਰਤੀ ਕਾਰਨ ਦੇਸ਼ ਪਿਆਰ ਦੀ ਲਹਿਰ ਉੱਠ ਹੋਈ ਸੀ। 1914-15 ਵਿੱਚ ਦੇਸ਼ ਵਿੱਚ ਕੀ ਆ ਗਈ? ਰਾਸ਼ਟਰੀ ਜਾਗਰਤੀ। ਉਸ ਦੇ ਪ੍ਰਭਾਵ ਹੇਠ ਹੀ ਬੱਬਰ ਅੰਦੋਲਨ ਨੇ ਜਨਮ ਲਿਆ ਸੀ। ਹੁਣ ਬੱਬਰ ਅੰਦੋਲਨ ਨੇ ਕਦੋਂ ਜਨਮ ਲਿਆ? ਜਦੋਂ ਦੇਸ਼ ਵਿੱਚ ਨੈਸ਼ਨਲ ਅਵੇਅਰਨੈਸ ਸਟਾਰਟ ਹੋ ਗਈ, ਕਰੀਬ 1914 to 15, ਤਾਂ ਫਿਰ ਇਹ ਅੰਦੋਲਨ ਖੜਾ ਉੱਠਿਆ। ਕਿਹੜਾ? ਬੱਬਰ ਅਕਾਲੀ। ਇਸ ਅੰਦੋਲਨ ਦਾ ਉਦੇਸ਼ ਕੀ ਸੀ? ਆਜ਼ਾਦੀ ਪ੍ਰਾਪਤੀ, ਪਰ ਉਹ ਇਸ ਉਦੇਸ਼ ਲਈ ਹੀ ਸਹਾਇਤਾ ਕਰ ਸਕਦੇ ਸਨ। ਇਸ ਲਈ ਉਸ ਦਾ ਉਦੇਸ਼ ਦੇਸ਼ ਭਗਤਾਂ ਉੱਤੇ ਹੋ ਰਹੇ ਅਤਿਆਚਾਰ ਤੇ ਸਖਤੀ ਦਾ ਦਮਨ ਕਰਨ ਤੇ ਸਰਕਾਰ ਦੇ ਜਿਹੜੇ ਪਿੱਠੂ ਸੀ ਉਹਨਾਂ ਦਾ ਅੰਤ ਕਰਕੇ ਦੇਸ਼ ਭਗਤੀ ਦਾ ਰਾਹ ਸੌਖਾ ਕਰਨਾ। ਕਿਸ ਦਾ ਉਦੇਸ਼ ਸੀ? ਬੱਬਰ ਅਕਾਲੀ ਦਾ। ਨੈਕਸਟ ਕੀ ਹੈ? ਇਹ ਵੀ ਸ਼ੋਰਟ ਨੋਟ ਹੈ। ਕੀਰਤੀ ਕਿਸਾਨ ਪਾਰਟੀ। ਕਿਸ ਦਾ ਸ਼ੋਰਟ ਨੋਟ ਹੈ? ਪੰਜਾਬ ਇਨ ਦਾ 20th ਸੈਂਚੁਰੀ, ਫਸਟ ਪੇਪਰ MA ਹਿਸਟਰੀ, 4th ਸਮੈਸਟਰ। ਪਹਿਲੇ ਅਸੀਂ ਕੀ ਕੀਤਾ? ਯੂਨੀਅਸਟ ਪਾਰਟੀ। ਸੈਕਿੰਡ ਕੀਤਾ ਰੋਲਟ ਸੱਤਿਆਗ੍ਰਹਿ। ਨੈਕਸਟ ਕੀਤਾ ਬੱਬਰ ਅਕਾਲੀ। ਹੁਣ ਕੀ ਕਰਾਂਗੇ? ਕੀਰਤੀ ਕਿਸਾਨ ਪਾਰਟੀ। ਭਾਰਤ ਦੀ ਰਾਸ਼ਟਰੀ ਅੰਦੋਲਨ ਵਿੱਚ ਕੀਰਤੀ ਕਿਸਾਨ ਪਾਰਟੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਸ ਪਾਰਟੀ ਨੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਏਕਤਾ ਲਿਆਂਦੀ। ਕਿਸ ਪਾਰਟੀ ਨੇ? ਰਾਸ਼ਟਰੀ ਕੀਰਤੀ ਕਿਸਾਨ ਪਾਰਟੀ ਨੇ, ਜਿਸ ਨੇ ਭਾਰਤੀ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਕਤੀ ਭਰਨ ਲਈ ਤਕੜਾ ਪਿਛੋਕੜ ਤਿਆਰ ਕਰ ਲਿਆ। ਕੀਰਤੀ ਕਿਸਾਨ ਭਾਰਤੀ ਸਥਾਪਨਾ ਵਿੱਚ ਗਦਰ ਅੰਦੋਲਨ ਨੇ ਬਹੁਤ ਹਿੱਸਾ ਪਾਇਆ। 1913 ਵਿੱਚ ਕੀ ਹੋਇਆ? ਸਾਨ ਫਰਾਂਸਿਸਕੋ ਅਮਰੀਕਾ ਵਿੱਚ ਗਦਰ ਪਾਰਟੀ ਬਣ ਰਹੀ ਸੀ। ਇਹ ਪਾਰਟੀ ਹਥਿਆਰਬੰਦ ਕ੍ਰਾਂਤੀ ਦੁਆਰਾ ਅੰਗਰੇਜ਼ਾਂ ਦਾ ਭਾਰਤ ਦੇ ਵਿੱਚ ਰਾਜ ਖਤਮ ਕਰਨਾ ਚਾਹੁੰਦੀ ਸੀ। ਕੌਣ? ਗਦਰ ਪਾਰਟੀ, ਜਿਹੜੀ ਸਾਨ ਫਰਾਂਸਿਸਕੋ ਵਿੱਚ ਬਣੀ ਸੀ। ਉਹ ਕੀ ਚਾਹੁੰਦੀ ਸੀ? ਕਿ ਅੰਗਰੇਜ਼ਾਂ ਦਾ ਭਾਰਤ ਵਿੱਚ ਬਿਲਕੁਲ ਰਾਜ ਖਤਮ ਹੋ ਜਾਏ। ਪਰ ਕਈ ਕਾਰਨਾਂ ਕਰਕੇ 1915 ਨੂੰ ਗਦਰ ਅੰਦੋਲਨ ਅਸਫਲ ਰਹਿ ਗਿਆ। ਇਸ ਲਈ ਗਦਰ ਪਾਰਟੀ ਨੇ ਹਿੰਸਾਤਮਕ ਸਾਧਨਾਂ ਨੂੰ ਛੱਡ ਕੇ ਸਾਮਰਾਜਵਾਦ ਤੇ ਪੂੰਜੀਵਾਦ ਹੋ ਵਿਰੁੱਧ ਹੋਏ ਢੰਗਾਂ ਨਾਲ ਲੜਾਈ ਜਾਰੀ ਰੱਖਣ ਬਾਰੇ ਸੋਚਿਆ। ਉਹ ਢੰਗ ਇਹੋ ਸੀ ਕਿ ਮਜ਼ਦੂਰਾਂ ਤੇ ਕਿਰਤੀਆਂ ਨੂੰ ਇਕੱਠਾ ਕਰਕੇ ਸਾਮਰਾਜ ਵਿਰੁੱਧ ਖੜਾ ਕਰ ਦਿੱਤਾ ਜਾਵੇ। ਕਿਹਨਾਂ ਨੂੰ? ਮਜ਼ਦੂਰਾਂ ਤੇ ਕਿਰਤੀਆਂ ਨੂੰ। ਇਸ ਲਈ ਇਸ ਸੰਗਠਨ ਦੀ ਲੋੜ ਸੀ ਕਿ ਰੂਸ ਤੇ ਸ਼ਾਸਨ ਵਿਰੁੱਧ ਰੂਸ ਦੇ ਕਿਰਤੀਆਂ ਤੇ ਮਜ਼ਦੂਰਾਂ ਨੇ ਮਿਲ ਕੇ ਅਕਤੂਬਰ 1917 ਨੂੰ ਕੀ ਕੀਤਾ ਸੀ? ਕ੍ਰਾਂਤੀ ਲਿਆਂਦੀ ਸੀ। ਜਾਣੀ ਕਿ ਰੂਸ ਵਿੱਚ 1917 ਦੀ ਨਿਰੰਕੁਸ਼ ਸ਼ਾਸਨ ਦੇ ਅਗੇਂਸਟ ਕ੍ਰਾਂਤੀ ਸ਼ੁਰੂ ਹੋਈ। ਉਹਨਾਂ ਨੂੰ ਵੇਖ ਕੇ ਭਾਰਤੀਆਂ ਦੇ ਕਿਰਤੀਆਂ ਤੇ ਕਾਮੇ ਵੀ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਨਿਰੰਕੁਸ਼ ਸਰਕਾਰ ਦਾ ਅੰਤ ਕਰਕੇ ਬੋਲਸ਼ਵਿਕ ਪਾਰਟੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਕਾਇਮ ਕੀਤੀ। ਜਿਹੜੇ ਕਿਸਾਨ ਅਤੇ ਮਜ਼ਦੂਰ ਜ਼ਾਰ ਦੀ ਜਾਣੀ ਕਿ ਰੂਸ ਦੇ ਜ਼ਾਰ ਦੀ ਸਰਕਾਰ ਵਿੱਚ ਬੁਰੀ ਤਰ੍ਹਾਂ ਦੱਬੇ ਹੋਏ ਸਨ। 1917 ਦੀ ਕ੍ਰਾਂਤੀ ਵਿੱਚ ਉਹਨਾਂ ਦੇ
ਹਾਥੀ ਸਾਰੀ ਸਤਾ, ਉਹਨਾਂ ਦੇ ਹੱਥ ਕੀ ਆ ਗਈ, ਸਾਰੀ ਸਤਾ ਆ ਗਈ, ਹਾਥੀ ਦੀ ਜਗ੍ਹਾ ਹੱਥ ਹੈ, ਸਤਾ ਆ ਗਈ। ਇਸ ਸਫਲਤਾ ਦਾ ਪ੍ਰਭਾਵ ਗਦਰ ਪਾਰਟੀ ਉੱਤੇ ਬਹੁਤ ਪਿਆ। ਭਾਰਤ ਦੀ ਰਾਸ਼ਟਰੀ ਅੰਦੋਲਨ ਵਿੱਚ ਕਿਰਤੀ ਕਿਸਾਨ ਪਾਰਟੀ ਦਾ ਮਹੱਤਵਪੂਰਨ ਇਸ ਕਰਕੇ ਯੋਗਦਾਨ ਰਿਹਾ। ਨੈਕਸਟ ਵੀਡੀਓ ਵਿੱਚ ਅਸੀਂ ਪ੍ਰਾਂਤਿਕ ਸਵਰਾਜ 1966 ਦਾ ਪੁਨਰਗਠਨ, ਭੂਮੀ ਇੰਤਕਾਲ, ਇਹ ਸਾਰੇ ਟੌਪਿਕ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਈ, ਪਲੀਜ਼ ਲਾਈਕ ਸਬਸਕ੍ਰਾਈਬ ਮਾਈ ਚੈਨਲ ਲਰਨ ਵਿਦ ਸੁਨੈਨਾ। ਥੈਂਕ ਯੂ। ਪਲੀਜ਼ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।